जाको भय गोविंद सहाई। सुख सहज आनंद सगल स्यों, वाको ब्याद न काई। रहाओ दिसह सब रहे अलेपा। नह व्यापै उन्माई, एक रंग तत के बेते। सतगुर ते बुध पाई। दया मया कृपा ठाकुर की, सेई संत सुपाई। तिनकै संग नानक निस्तरियै, जिन रस रस हर गुण गाई। दया मया कृपा ठाकुर की, सेई संत सुपाई। तिनकै संग नानक निस्तरियै, जिन रस रस हर गुण गाई। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 701 ਅੰਗ ਤੇ ਸੁਭਾਇਮਾਨ ਹੈ। ਸਤਿਗੁਰਾਂ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਨੂੰ ਰਾਗ ਜੈਤਸਰੀ ਵਿੱਚ ਉਚਾਰਨ ਕੀਤਾ ਹੈ, ਜੋ ਦੋ ਰਾਗਾਂ ਦਾ ਸੁਮੇਲ ਹੈ, ਰਾਗ ਜੈਤ ਤੇ ਰਾਗ ਸ਼੍ਰੀ। ਹਿਰਦੇ ਵਿੱਚ ਸ਼ਾਂਤ ਭਾਵ ਪੈਦਾ ਕਰਦਾ ਹੈ। ਸ਼ਬਦ ਦੇ ਭਾਵ ਜਿਨ੍ਹਾਂ 'ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਉਹਨਾਂ ਦਾ ਮਾਇਆ ਦਾ ਮੋਹ ਟੁੱਟ ਜਾਂਦਾ ਅਤੇ ਉਹ ਵਾਹਿਗੁਰੂ ਦੇ ਗੁਣ ਆਨੰਦ ਦੇ ਨਾਲ ਰਸ ਭਰਪੂਰ ਹੋ ਕੇ ਗਾਉਂਦੇ ਨੇ। ਜੈਤਸਰੀ ਮਹਿਲਾ ਪੰਜਵਾਂ। ਜਾਂ ਕੋ ਭਏ ਗੋਵਿੰਦ ਸਹਾਈ। ਜਿਨ੍ਹਾਂ ਨੂੰ ਗੋਵਿੰਦ ਸਹਾਈ ਹੋਏ ਨੇ। ਵਿੰਦ ਦਾ ਭਾਵ ਦਿਲ ਦੀ ਜਾਣਨਾ, ਤੇ ਗੋ ਮੈਨੇ ਧਰਤੀ, ਗੋਵਿੰਦ ਉਹ ਪਰਮਾਤਮਾ ਜਿਹੜਾ ਸਾਰੇ ਧਰਤੀ ਦੇ ਜੀਆਂ ਦੀ ਦਿਲਾਂ ਦੀ ਭਾਵਨਾ ਜਾਣਦਾ। ਭਾਵੇਂ ਉਹ ਕੀੜੀ ਹੋਏ, ਭਾਵੇਂ ਕੋਈ ਜਾਨਵਰ ਹੋਏ, ਭਾਵੇਂ ਕੋਈ ਪੰਛੀ ਹੋਏ। ਭਾਈ ਗੁਰਦਾਸ ਜੀ ਕਹਿੰਦੇ ਆ ਆਪਣੀਆਂ ਵਾਰਾਂ ਦੇ ਵਿੱਚ, ਹਾਥੀ ਦੀ ਪੁਕਾਰ ਬਾਅਦ ਦੇ ਵਿੱਚ ਸੁਣਦਾ, ਐਸਾ ਦਿਆਲ ਮੇਰਾ ਪਰਮੇਸ਼ਰ ਆ। ਛੋਟੀ ਜਿਹੀ ਕੀੜੀ ਜੇ ਅਰਦਾਸ ਕਰਦੇ, ਉਹ ਕੀੜੀ ਦੀ ਅਰਦਾਸ ਪਹਿਲੇ ਸੁਣੀ ਜਾਂਦੀ। ਇੰਨੇ ਦਿਆਲ ਨੇ ਮੇਰੇ ਮਾਲਕ। ਗੋਵਿੰਦ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ। ਕੋਈ ਵੀ ਗੱਲ ਅਕਾਲ ਪੁਰਖ ਵਾਹਿਗੁਰੂ ਤੋਂ ਲੁਕੀ ਛੁਪੀ ਨਹੀਂ। ਸਾਡੇ ਦਿਲ ਦੇ ਵਿੱਚ ਕੋਈ ਦਰਦ ਹੈ, ਪੀੜਾ, ਵਾਹਿਗੁਰੂ ਜਾਣਦੇ ਨੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਚਿੰਟੀ ਮੈਨੇ ਕੀੜੀ, ਕੁੰਚਰ ਮੈਨੇ ਹਾਥੀ। ਕੀੜੀ ਅਰਦਾਸ ਕਰਦੇ, ਹਾਥੀ ਅਰਦਾਸ ਕਰਦੇ, ਸਾਰਿਆਂ 'ਤੇ ਦਇਆ ਕਰਕੇ ਮਾਲਕ ਮੇਰੇ ਖੁਸ਼ ਹੁੰਦੇ ਨੇ। ਉਹ ਮਾਲਕ ਮੇਰਾ ਸਹਾਈ ਹੋ ਗਿਆ। ਸੋ ਜਾਂ ਕੋ ਭਏ ਗੋਵਿੰਦ ਸਹਾਈ। ਸੁਖ ਸਹਿਜ ਆਨੰਦ ਸਗਲ ਸਿਉ, ਵਾਕੋਂ ਬਿਆਦ ਨ ਕਾਈ। ਉਸ
ਗੁਰਮੁਖ ਪਿਆਰੇ ਦੇ ਹਿਰਦੇ ਵਿੱਚ ਹਮੇਸ਼ਾ ਸੁਖ ਬਣਿਆ ਰਹਿੰਦਾ ਤੇ ਸਹਿਜ ਅਵਸਥਾ ਦੇ ਵਿੱਚ ਆ ਕੇ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦਾ। ਸਹਿਜ ਅਵਸਥਾ ਸਾਧ ਸੰਗਤ ਜੀ ਚੌਥਾ ਪਦ ਆ, ਚੌਥੀ ਅਵਸਥਾ, ਕਿਉਂਕਿ ਤਿੰਨ ਜਿਹੜੇ ਪਹਿਲੇ ਗੁਣ ਨੇ ਮਾਇਆ ਦੇ, ਰਜੋ ਤਮੋ ਸਤੋ, ਇਹਨਾਂ ਦੇ ਵਿੱਚ ਫਸ ਕੇ ਇਨਸਾਨ ਆਪਣਾ ਜੀਵਨ ਬਰਬਾਦ ਕਰ ਦਿੰਦਾ। ਚੌਥੀ ਅਵਸਥਾ ਸਹਿਜ ਅਵਸਥਾ, ਜਿਹਦੇ ਵਿੱਚ ਮਾਇਆ ਦਾ ਕੋਈ ਵੀ ਪ੍ਰਭਾਵ ਹਿਰਦੇ 'ਤੇ ਨਹੀਂ ਪੈਂਦਾ। ਸਹਿਜ ਅਵਸਥਾ, ਜਿਸ ਤਰ੍ਹਾਂ ਅਸੀਂ ਸਵਾਸ ਲੈਂਦੇ ਹਾਂ, ਭਾਵੇਂ ਸਾਨੂੰ ਪ੍ਰਸ਼ਾਦਾ ਨਾ ਮਿਲੇ ਤੇ ਭਾਵੇਂ ਮਿਲ ਜਾਏ, ਸਵਾਸ ਤੋਂ ਬਿਨਾਂ ਜੀਵਨ ਨਹੀਂ। ਸਹਿਜ ਅਵਸਥਾ। ਐਸੇ ਤਰ੍ਹਾਂ ਗੁਰੂ ਮਹਾਰਾਜ ਫਰਮਾਉਂਦੇ ਹਨ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਪਰਮਾਤਮਾ ਦੀ ਯਾਦ ਤੋਂ ਬਿਨਾਂ ਕਿਹੜਾ ਜੀਵਨ। ਆਖਾਂ ਜੀਵਾਂ ਵਿਸਰੈ ਮਰ ਜਾਉ। ਜੇ ਮੈਂ ਵਾਹਿਗੁਰੂ ਨੂੰ ਵਿਸਰ ਗਿਆ ਤੇ ਐਦਾਂ ਜਾਣੋ ਕਿ ਮੈਂ ਮਰ ਗਿਆ। ਭਾਵ ਇਹ ਜੀਵਨ ਦਾ ਕੋਈ ਫਾਇਦਾ ਨਹੀਂ। ਸਭ ਤੋਂ ਵੱਡੀ ਸਾਧ ਸੰਗਤ ਜੀ ਜਿਹੜੀ ਤੁਸੀਂ ਸੇਵਾ ਕਰ ਸਕਦੇ ਆ, ਆਪਣੇ ਬੱਚਿਆਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਪਰਿਵਾਰ ਨੂੰ ਉਸ ਪਰਮੇਸ਼ਰ ਨਾਲ ਜੋੜ ਦਿਓ। ਸਭ ਤੋਂ ਵੱਡੀ ਸੇਵਾ। ਬੱਚਿਆਂ ਦੀ ਅਸੀਂ ਮਦਦ ਕਰਦੇ ਹਾਂ ਪੈਸਿਆਂ ਦੇ ਨਾਲ, ਕਰੋ ਜਿੰਨੀ ਨਜਾਇਜ਼ ਹੈ, ਜਿੰਨੀ ਜਾਇਜ਼ ਹੈ, ਮਾਫ ਕਰਨਾ, ਜਿੰਨੀ ਜਾਇਜ਼ ਹੈ ਉਹ ਕਰੋ। ਭਾਵੇਂ ਤੁਸੀਂ 7 ਸੋਨੇ ਦੇ ਮਹਿਲ ਦਾਨ ਕਰ ਦਿਓ। ਭਾਈ ਗੁਰਦਾਸ ਜੀ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ, ਕਿਸੇ ਮਨੁੱਖ ਨੂੰ ਇੱਕ ਗੁਰਬਾਣੀ ਦਾ ਸ਼ਬਦ ਸਿਖਾ ਦਿੱਤਾ, ਉਹ ਉਸ ਤੋਂ ਵੱਧ ਹੈ। ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੋ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਦੇਖੋ ਕਿੰਨਾ ਪੁੰਨ। ਹੁਣ ਅਸੀਂ ਕਿੰਨਾ ਸਮਾਂ ਬਤੀਤ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਵੀ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ, ਇਤਿਹਾਸ ਨਾਲ ਜੋੜੀਏ। ਹੁਣ ਬੱਚਿਆਂ ਦਾ ਕੈਂਪ ਹੋਇਆ ਕੱਲ੍ਹ, ਜਿਹਦੇ ਵਿੱਚ 100 ਦੇ ਕਰੀਬ ਬੱਚਾ ਇੱਥੇ ਹਾਜ਼ਰੀ ਭਰੀ, ਗੁਰਬਾਣੀ ਦਾ ਲਾਹਾ ਲਿਆ, ਇਤਿਹਾਸ ਦਾ ਲਾਹਾ ਲਿਆ, ਇਤਿਹਾਸ ਦੇ ਨਾਲ ਜੁੜੇ। ਪਰ ਸਾਧ ਸੰਗਤ ਜੀ, ਇਹ ਜਿਹੜਾ ਸ਼ਹਿਰ ਹੈ ਡਾਰਬੀ ਦਾ, ਇਹਦੇ ਵਿੱਚ 10,000 ਦੀ ਤਾਦਾਦ ਹੈ। 10,000 ਦੇ ਵਿੱਚੋਂ 100 ਬੱਚਾ। ਦੇਖ ਲਓ ਹੁਣ ਸਾਡੇ ਮਾਪਿਆਂ ਦੀ ਕਿੰਨੀ ਐਫਰਟ ਹੈ। ਅਸੀਂ ਕਿੰਨੀ ਕੋਸ਼ਿਸ਼ ਕਰਦੇ ਹਾਂ ਵੀ ਬੱਚੇ ਆ ਕੇ ਗੁਰੂ ਨਾਲ ਜੁੜਨ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡੇ ਜੀਵਨ ਦੇ ਵਿੱਚ ਉਦੇਸ਼ ਹੋਏ, ਇਹ ਇੱਕ ਨਿਸ਼ਾਨਾ ਹੋਏ ਵੀ ਆਪ ਵੀ ਜੁੜਨਾ ਤੇ ਪਰਿਵਾਰ ਨੂੰ ਵੀ ਵਾਹਿਗੁਰੂ ਨਾਲ ਜੋੜਨਾ। ਸਭ ਤੋਂ ਵੱਡਾ ਪੁੰਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਕਲਯੁਗ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਆਪ ਵਾਹਿਗੁਰੂ ਦੇ ਗੁਣ ਗਾਉਣੇ ਤੇ ਹੋਰਾਂ ਨੂੰ ਜਪਾਉਣਾ। ਸੂਖ ਸਹਿਜ ਆਨੰਦ ਸਗਲ ਸਿਉ। ਤੇ ਜੀਵਨ ਦੇ ਵਿੱਚ ਆਨੰਦ ਬਣ ਜਾਂਦਾ ਹੈ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਜਾਏ। ਵਾਕੋ ਬਿਆਦ ਨਾ ਕਾਈ। ਵਾਕਿਓ ਮੈਨੇ ਕੋਈ ਵੀ ਜੀਵਨ ਦੇ ਵਿੱਚ ਬਿਆਦ, ਮਾਨਸਿਕ ਪੀੜਾ ਜਾਂ ਸਰੀਰਕ ਪੀੜਾ ਨਹੀਂ ਰਹਿ ਜਾਂਦੀ। ਆਓ ਤੇ ਇਹਦਾ ਮਤਲਬ ਅਸੀਂ ਅਰਦਾਸ ਮਾਲਕ ਅੱਗੇ, ਮਾਲਕਾ ਦੁਨੀਆ ਦੀ ਅਸੀਂ ਬੜੀ, ਦੁਨੀਆ ਅੱਗੇ ਬਹੁਤ ਹੱਥ ਫੈਲਾਏ ਨੇ, ਬੜੀ ਮਦਦ ਮੰਗੀ ਹੈ, ਪਰ ਤੁਸੀਂ ਆਪ ਸਹਾਈ ਹੋ ਤਾਂ ਕਿ ਆਪ ਜੀ ਦੀ ਸੇਵਾ ਅਸੀਂ ਕਰ ਸਕੀਏ, ਜਿਹੜੀ ਸੇਵਾ ਵਾਸਤੇ ਆਪ ਜੀ ਨੇ ਦੁਨੀਆ 'ਚ ਭੇਜਿਆ। ਕਲਗੀਧਰ ਪਾਤਸ਼ਾਹ ਨੂੰ ਸੇਵਾ ਵਾਸਤੇ ਭੇਜਿਆ ਸੀ। ਸੇਵਾ ਨਿਭਾ ਕੇ 43 ਸਾਲ ਦੀ ਉਮਰ ਭੋਗ ਕੇ, ਸਰੀਰਕ ਉਮਰ ਭੋਗ ਕੇ ਵਾਪਸ ਸੱਚਖੰਡ ਦੇ ਵਿੱਚ ਪ੍ਰਵੇਸ਼ ਹੋ ਗਏ। 43 ਸਾਲ ਦੀ ਉਮਰ। ਅਸੀਂ ਕਹਿੰਦੇ ਹਾਂ ਵੀ ਸਾਡੀ ਉਮਰ 100 ਸਾਲ ਹੋਏ, ਪੁੱਤਾਂ ਨੂੰ ਦੇਖੀਏ, ਧੀਆਂ ਨੂੰ ਦੇਖੀਏ, ਪੋਤਿਆਂ ਨੂੰ ਦੇਖੀਏ, ਦੋਤਿਆਂ ਨੂੰ ਦੇਖੀਏ। ਭਈ 80 ਸਾਲ ਦੀ ਉਮਰ ਹੋ ਕੇ ਕੀਤਾ ਕੀ?
ਕੋਈ ਧਰਮ ਦਾ ਕੰਮ ਕੀਤਾ, ਤੁਹਾਡੇ ਜੀ ਦਾ ਉਧਾਰ ਹੋਇਆ, ਕਿਸੇ ਹੋਰ ਦਾ ਭਲਾ ਕੀਤਾ। ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਖਾਲਸਾ ਪੰਥ ਦੀ ਸਾਜਨਾ ਕੀਤੀ, ਸਾਰਾ ਆਪਣਾ ਪਰਿਵਾਰ ਵਾਰ ਕੇ। ਜੇ ਅਸੀਂ ਥੋੜ੍ਹਾ ਹੀ ਕਰ ਲਈਏ ਜੀਵਨ ਦੇ ਵਿੱਚ ਕਿ ਸਾਡੇ 2 ਬੱਚੇ ਨੇ ਉਹ ਵਾਹਿਗੁਰੂ ਨਾਲ ਜੁੜ ਜਾਣ, ਹੋਰਨਾਂ ਦਾ ਤੇ ਇੱਕ ਪਾਸੇ ਰਿਹਾ। ਸੋ ਇਹ ਅਸੀਂ ਅਰਦਾਸ ਕਰਨੀ ਹੈ, ਮਾਲਕਾ ਸਭ ਪਰਿਵਾਰ ਚੜ੍ਹਾਇਆ ਬੇੜੇ, ਸਾਰਾ ਪਰਿਵਾਰ ਆਪ ਜੀ ਦੇ ਬੇੜੇ ਤੇ, ਨਾਮ ਸਿਮਰਨ ਤੇ ਸੇਵਾ ਦੇ ਬੇੜੇ ਤੇ ਮੈਂ ਚੜ੍ਹਾ ਦਾਂ। ਮੇਰੀ ਇਹੀ ਅਰਦਾਸ ਹੈ, ਮੇਰੀ ਇਹੀ ਸੇਵਾ ਪ੍ਰਵਾਨ ਕਰਨੀ। ਦਿਸੈ ਸਭ ਸੰਗ ਰਹੇ ਅਲੇਪਾ, ਨਹਿ ਵਿਆਪੈ ਉਨਮਾਈ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਸਾਰੇ ਪਰਿਵਾਰ ਦੇ ਵਿੱਚ ਰਹਿੰਦੇ ਨੇ, ਦੁਨੀਆ ਵਿੱਚ ਰਹਿੰਦੇ ਨੇ। ਉਹਨਾਂ ਨੂੰ ਲੱਗਦਾ ਵੀ ਸਾਰੇ ਮੇਰੇ ਨਾਲ ਨੇ, ਪਰ ਅਲੇਪ ਰਹਿੰਦੇ ਨੇ। ਇਹ ਖੂਬੀ ਕਲਗੀਧਰ ਪਾਤਸ਼ਾਹ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋਏ, ਇਤਿਹਾਸ ਦੇ ਪੰਨੇ ਦੱਸਦੇ ਨੇ ਵੀ ਅੱਖਾਂ ਵਿੱਚੋਂ ਇੱਕ ਹੰਝੂ ਵੀ ਨਹੀਂ ਡਿੱਗਿਆ। ਮਹਾਰਾਜ ਨੇ ਅਰਦਾਸ ਕੀਤੀ ਵੀ ਮਾਲਕਾ ਤੂੰ 4 ਦਿੱਤੇ ਸੀ ਤੇ ਤੂੰ 4 ਵਾਪਸ ਲੈ ਲੈ, ਇਹਦੇ 'ਚ ਮੇਰਾ ਥੋੜ੍ਹਾ ਹੀ ਘਟਿਆ ਕੋਈ। ਤੇਰੀ ਸੇਵਾ ਕਰਦਿਆਂ ਕਰਦਿਆਂ ਪ੍ਰਵਾਨ ਹੋ ਗਏ ਨੇ। ਕਮਾਲ ਦੀ ਚੀਜ਼ ਹੈ। ਸੁਖਮਨੀ ਸਾਹਿਬ ਦੀ ਬਾਣੀ ਅਸੀਂ ਬੜੇ ਪਿਆਰ ਨਾਲ ਪੜ੍ਹਦੇ ਹਾਂ, ਥੋੜ੍ਹਾ ਧਿਆਨ ਦੇ ਵਿੱਚ ਲਿਆਈਏ। ਜਿਸ ਕੀ ਬਸਤ ਤਿਸ ਆਗੇ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਇਹ ਸਰੀਰ ਉਹਦੀ ਦਾਤ ਹੈ। ਜੇ ਉਸ ਵਾਹਿਗੁਰੂ ਦੀ ਦਾਤ ਹੈ ਤੇ ਦਾਤ ਨੂੰ ਵਾਹਿਗੁਰੂ ਅੱਗੇ ਰੱਖ ਦਿਓ, ਫਿਰ ਦੇਖੋ 4 ਗੁਣਾ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਇੰਨਾ ਦਿਆਲ ਵਾਹਿਗੁਰੂ, ਕਰਕੇ ਤੇ ਦੇਖੋ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਨਹਿ ਵਿਆਪੈ ਉਨ ਮਾਈ, ਮਾਈ ਮੈਨੇ ਮਾਇਆ, ਮਾਇਆ ਨੂੰ ਮਾਈ ਵੀ ਕਹਿੰਦੇ ਸਤਿਗੁਰੂ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਦ। ਕਹਿੰਦੇ ਉਹਨਾਂ ਨੂੰ ਮਾਇਆ ਵਿਆਪ ਨਹੀਂ ਸਕਦੀ, ਭਾਵ ਤੰਗ ਨਹੀਂ ਕਰ ਸਕਦੀ। ਕੋਈ ਉਸਤਤ ਕਰਦਾ ਤਾਂ ਵੀ ਬਿਲਕੁਲ ਵਾਹਿਗੁਰੂ ਨਾਲ ਜੁੜੇ, ਜੇ ਕੋਈ ਨਿੰਦਿਆ ਕਰਦਾ ਤਾਂ ਵੀ ਵਾਹਿਗੁਰੂ ਨਾਲ ਜੁੜੇ, ਕੋਈ ਚਿੰਤਾ ਹੀ ਨਹੀਂ। ਜੇ ਘਰ ਦੇ ਵਿੱਚ ਪੈਸਾ ਨਹੀਂ ਤਾਂ ਵੀ ਵਾਹਿਗੁਰੂ ਨਾਲ ਜੁੜੇ ਹੈ, ਜੇ ਬਹੁਤ ਧਨ ਦੌਲਤ ਹੈ ਤਾਂ ਵੀ ਵਾਹਿਗੁਰੂ ਨਾਲ ਜੁੜੇ। ਦੇਖੋ ਇਹੋ ਜਿਹੀ ਬਿਰਤੀ ਉਸ ਵਾਹਿਗੁਰੂ ਦੀ ਕਿਰਪਾ ਨਾਲ ਬਣਦੀ ਹੈ। ਕਿਸੇ ਦੇ ਘਰ ਨੂੰ ਅੱਗ ਲੱਗ ਜੇ ਜਾਂ ਦੁਕਾਨ ਨੂੰ ਅੱਗ ਲੱਗ ਜੇ ਤੇ ਇਨਸਾਨ 1 ਸਾਲ ਸੌਂਦਾ ਹੀ ਨਹੀਂ, ਕਈ ਤੇ ਸਾਰੀ ਉਮਰ ਸੌਂਦੇ ਨਹੀਂ, ਕਈਆਂ ਨੂੰ ਹਾਰਟ ਅਟੈਕ ਹੀ ਹੋ ਜਾਂਦਾ। ਕਬੀਰ ਸਾਹਿਬ ਉਹ ਅਵਸਥਾ ਤੱਕ ਪਹੁੰਚੇ ਆ ਜਿੱਥੇ ਘਰ ਨੂੰ ਅੱਗ ਲੱਗ ਗਈ ਤੇ ਲੋਕਾਂ ਨੇ ਕਿਹਾ ਕਬੀਰ ਸਾਹਿਬ ਤੁਹਾਡੇ ਘਰ ਨੂੰ ਅੱਗ ਲੱਗ ਗਈ ਆ। ਤੇ ਕਬੀਰ ਸਾਹਿਬ ਨੇ ਕੀ ਜਵਾਬ ਦਿੱਤਾ? ਆਪੇ ਪਾਵਕ ਆਪੇ ਪਵਣਾ, ਜਾਰੇ ਖਸਮ ਤੋਂ ਰਾਖੇ ਕਵਣਾ। ਕਹਿੰਦੇ ਆਪ ਵਾਹਿਗੁਰੂ ਅੱਗ ਹੈ, ਆਪ ਹੀ ਵਾਹਿਗੁਰੂ ਪਾਣੀ ਹੈ, ਆਪ ਹੀ ਵਾਹਿਗੁਰੂ ਹਵਾ ਹੈ। ਜੇ ਖਸਮ ਨੇ ਅੱਗ ਲਾਤੀ ਤੇ ਕੋਈ ਰੱਖ ਨਹੀਂ ਸਕਦਾ ਇਹਨੂੰ। ਮਨ ਦੀ ਅਵਸਥਾ, ਭਾਵ ਹੋਰ ਖਸਮ ਘਰ ਦੇ ਦੇਗਾ ਮੈਨੂੰ, ਮੇਰਾ ਮਾਲਕ ਮੈਨੂੰ ਹੋਰ ਦੇ ਦੇਗਾ, ਪਰ ਬਿਰਤੀ ਮੇਰੀ ਨਾ ਟੁੱਟੇ। ਸੋ ਗੁਰੂ ਮਹਾਰਾਜ ਅੱਗੇ ਫਰਮਾਉਂਦੇ ਨੇ, ਏਕੈ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ। ਸਤਿਗੁਰਾਂ ਤੋਂ ਇਹ ਬੁੱਧ ਪ੍ਰਾਪਤ ਹੁੰਦੀ ਹੈ, ਇਹ ਸਮਝ ਪ੍ਰਾਪਤ ਹੁੰਦੀ ਹੈ। ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੇ ਰੰਗ ਭਾਵ ਪਿਆਰ ਦੇ ਵਿੱਚ ਰੰਗੇ ਹੁੰਦੇ ਨੇ। ਤੇ ਤਤ ਕੇ ਬੇਤੇ, ਤਤ ਮੈਨੇ ਹੁੰਦਾ ਬ੍ਰਹਮ, ਬੇਤੇ ਮੈਨੇ ਜਾਣਨਾ, ਗਿਆਨ। ਉਹਨਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ, ਫਿਰ ਮਾਇਆ ਤੰਗ ਨਹੀਂ ਕਰਦੀ। ਦਇਆ ਬਇਆ ਕਿਰਪਾ ਠਾਕੁਰ ਕੀ, ਸਹੀ ਸੰਤ ਸੁਭਾਈ। ਉਹ ਠਾਕੁਰ ਦੀ ਇੰਨੀ ਦਇਆ, ਇੰਨੀ ਮਾਇਆ, ਇੰਨੀ ਕਿਰਪਾ ਹੁੰਦੀ ਹੈ। ਇਹੋ ਜਿਹੇ ਗੁਰਮੁਖ ਪਿਆਰੇ ਅਸਲ ਮਾਇਨਿਆਂ ਦੇ ਵਿੱਚ ਬਹੁਤ ਪਿਆਰੇ ਸੰਤ ਨੇ। ਸੁਭਾਈ ਮੈਨੇ ਬਹੁਤ ਪਿਆਰੇ।
ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ। ਇਹਨਾਂ ਦੀ ਸੰਗਤ ਦੇ ਵਿੱਚ ਮੈਂ ਰਹਿ ਕੇ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੈਂ ਵੀ ਤਰ ਜਾਵਾਂਗਾ। ਗੁਰੂ ਮਹਾਰਾਜ ਮੈਨੂੰ ਇਹਨਾਂ ਦੀ ਸੰਗਤ ਬਖਸ਼ੋ, ਜਿਹੜੇ ਰਸ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ। ਸਾਧ ਸੰਗਤ ਜੀ, ਉੱਥੇ ਕੀਰਤਨ ਹੁੰਦਾ ਸੀ ਤੇ ਇੱਕ ਸਿੰਘ ਆਇਆ ਪਿੱਛੋਂ, ਉਹ ਕਹਿੰਦਾ ਭਾਈ ਇੰਨੀ ਦੇਰ ਲਾਤੀ ਤੁਸੀਂ, ਹੁਣ 1 ਘੰਟੇ ਦਾ ਟਾਈਮ ਸੀ, 1.25 ਘੰਟਾ ਹੋ ਗਿਆ, ਬੰਦ ਕਰੋ ਹੁਣ ਕੀਰਤਨ। ਪਰ ਜਿਹੜੇ ਕੀਰਤਨ ਕਰਦੇ ਸੀ ਉਹ ਰਸ ਦੇ ਵਿੱਚ ਜੁੜੇ ਹੋਏ ਸੀ। ਕਈ ਵਾਰੀ ਸਾਧ ਸੰਗਤ ਜੀ ਕਥਾ ਕਰਨੀ ਹੁੰਦੀ ਹੈ, ਇੰਨਾ ਰਸ ਆਉਂਦਾ ਵੀ ਅੱਧੇ ਘੰਟੇ ਦਾ ਟਾਈਮ ਹੁੰਦਾ, ਘੰਟਾ ਇਨਸਾਨ ਕਥਾ ਕਰ ਲੈਂਦਾ। ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੁੰਦੀ। ਪਰ ਜਿਹੜੇ ਮਾਇਆ ਦੇ ਵਿੱਚ ਵਿਹੜੇ ਆ, ਸਾਡਾ ਮਨ ਇੰਨਾ ਮਾਇਆ 'ਚ ਖਚਤ ਆ ਵੀ ਸਾਨੂੰ ਕਥਾ ਵੀ ਚੰਗੀ ਨਹੀਂ ਲੱਗਦੀ, ਕੀਰਤਨ ਵੀ ਚੰਗਾ ਨਹੀਂ ਲੱਗਦਾ। 2 ਮਿੰਟ ਬਹਿ ਕੇ ਐਦਾਂ ਹੁੰਦਾ ਵੀ ਬਿੱਛੂ ਨੇ ਡਸ ਲਿਆ। ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਨਾ ਵੀ ਉਹ ਜਿਹੜੇ ਮਾਇਆ ਧਾਰੀ ਇਨਸਾਨ ਨੇ, ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਸੁਣਨਾ ਐਦਾਂ ਵੀ ਜਿੱਦਾਂ ਬਿੱਛੂ ਨੇ ਡਸ ਲਿਆ। ਪਰ ਜੇ ਗੁਰੂ ਮਹਾਰਾਜ ਕਿਰਪਾ ਕਰਨ, ਫਿਰ ਰਸ ਦੇ ਨਾਲ ਇਨਸਾਨ ਵਾਹਿਗੁਰੂ ਦੇ ਗੁਣ ਗਾਉਂਦਾ, ਕਿਉਂਕਿ ਵਾਹਿਗੁਰੂ ਦਾ ਮਿਲਾਪ ਹੋ ਗਿਆ, ਆਨੰਦ ਆਉਣਾ ਸ਼ੁਰੂ ਹੋ ਗਿਆ। ਜਿਹੜਾ ਅੰਮ੍ਰਿਤ ਰਸ ਸਰੀਰ ਦੇ ਵਿੱਚ ਹੈ, ਉਸ ਰਸ ਦੀ ਪ੍ਰਾਪਤੀ ਹੋ ਗਈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਉਚਾਰ ਸ਼ਰਵਣ ਕਰਨਾ ਜੀ। ਦਾਸ ਖਿਮਾ ਦਾ ਜਾਚਕ ਹੈ। Today's ਹੁਕਮਨਾਮਾ is blessing from Sachkhand Shri Harmandir Sahib. ਧੰਨ ਧੰਨ Guru Arjan Dev Ji Maharaj has composed today's ਹੁਕਮਨਾਮਾ in Rag Jaitsri. Rag Jaitsri is combination of 2 rags, Rag Jait and Rag Shri. Combined effect is peaceful mind. It creates the very charming mood, joyful mood. A sense is that we all pray for God's mercy. How do we judge that it is a mercy or it is not mercy? Someone prays for blessing of a child. That person is blessed with child and goes around telling everyone, I have been blessed with a child by Vaheguru because I prayed. Is that Vaheguru's mercy? Maybe for you it is a mercy. But in today's Hukamnama, Guru Maharaj helps us to realize what is true mercy of Vaheguru, what is the true blessing. True blessing is when you are detached from the material. The Maya doesn't bother you anymore. You have realized Almighty Lord within your mind. You enjoy presence of God 24/7. Although you live in this world, but you are totally detached. You have no materialistic desire. You come to realization that you are in this world sent by Vaheguru for a specific purpose. And you are praying to Vaheguru so that you can accomplish that purpose. And you have accomplished that purpose. Now, all you have in your mind is Almighty Vaheguru. You have dedicated your whole life to Vaheguru. Amazing example in Gurbani is Dhan Dhan Guru Gobind Singh Ji Maharaj. Guru Gobind Singh Ji Maharaj came on this earth for a specific purpose. To start the Khalsa Panth. That is it. He was not here to build the empire. Dhan Dhan Guru Gobind Singh Ji Maharaj did not come to the earth to start his family, have his lineage, have the palaces, have the kingdom. Guru Gobind Singh Ji Maharaj came onto this earth to save the saints, maintain the righteousness,
and start the Khalsa Panth. Those people, Khalsa Panth means those Khalsas, those pure beings who are 100% dedicated to Vaheguru. That was Guru Gobind Singh Ji's purpose. And Guru Gobind Singh Ji Maharaj achieves that purpose by the age of 43. That's amazing. Guru Gobind Singh Ji Maharaj left this world after that because he had accomplished the purpose. Everyone in this world wants to live till 80, 100. But the question today is why? What are you trying to achieve? So Guru Maharaj is making you think. What is the purpose of your life? Hukam razai chalna, Nanak likhya naal. You have come into this world to walk on Vaheguru's path, hukam, to follow Vaheguru's will. And let me tell you something, every one of us has different purpose of life. But the final purpose is to serve Almighty Lord. So someone might be sweeping the floor, someone might be doing the katha, someone might be reciting the kirtan, someone might be going out in the field to serve the needy people. Although we may have different purposes in life, but the ultimate mission is to serve Vaheguru. Typical example. In an industry where cars are made, someone is director, someone is manager who manages the workforce, someone is shop floor manager, someone is accounts manager. What is the purpose of that company? Purpose of that company is to build the cars and sell them, make profit. Although everyone is doing different job, someone is assembling the car, someone is assembling the doors of the car, someone is assembling the engine, the purpose is to make profit. Without the profit, company will collapse. So similarly, we need to pray to Vaheguru, Sache Paatshah, what is our purpose of life? What is that hukam you have written for us so that we have to follow to be acceptable? Guru Maharaj reveals in today's Hukamnama, once we pray like that, Janko pahe Govind sahai, to whom inner knower Vaheguru, Govind, becomes helpful, sahai. Such people attain peace in their life. Sukh, Sahaj, Anand Sagal Seon, Vako Vyad na kai. Such people attain peace in their life. They enter into the state of mind which is referred to as Sahaj. Sahaj Avastha is needed to experience God's presence. Once you have realized Vaheguru, Vaheguru can only be realized when you are in Sahaj Avastha. In Sahaj Avastha, you do not have to make any effort because serving Vaheguru becomes your innate nature. You can call it in simple language, unconditional love. You have no condition. Your life is meant to serve other people. Like Bhagat Puran Singh Ji, "Eh janam tumhare lekhe." Amazing. Right from the childhood, Bhagat Puran Singh, he prays to Vaheguru that I want to dedicate my life to you now. And Vaheguru blesses Bhagat Puran Singh Ji to serve the handicapped people. All his life, he served handicapped people. He never got married. He started Pingalwada. Despite the Gurdwara management committees discouraging him, not helping him to serve the humanity,
he started his own institution, started his own organization, Pingalwada. And today, people have realized what amazing work Bhagat Puran Singh Ji has done. There is a movie released very recently about the life of Bhagat Puran Singh Ji. So we have to pray to Vaheguru in the same manner. So Guru Maharaj reveals, you come into the Sahaj Avastha where you serve Vaheguru unconditionally. You have no materialistic demands. Sukh Sahaj Anand Sagal Syon Vako Byad na kai. Byad means stress, mental diseases, physical diseases, ailments. Such person will be blessed with absolutely healthy body and healthy mind, attain peace in his life, or her life. Rahau. Disay sab sang rahe alepa ne vyape un mai. Mai means Maya. Like eka mai jugat vyai tin chele parwan, ik sansari, ik pandari, ik laye de baam. If someone insults, the person who is blessed by Vaheguru is not affected. If someone praises that person remains neutral. There is a loss or profit, effect in relationship with Vaheguru. That person still remains in Vaheguru. Bhagat Kabir Ji, his house was on fire, and people said, Kabir Sahab, your house is on fire, as Kabir Sahab was coming towards the house. Kabir Sahab said, don't worry about it. Kabir Sahab was in tune with Vaheguru, and Kabir Sahab said, God is fire, God is air. If God wants to burn my house, no one can save it. Ape pavak, ape pavana, jare khasam to rakhe kavana. Amazing, amazing state of mind. I've seen people who suffered the loss in their life, all their life they feel miserable. They have lost someone very close to them. They are miserable. All the time they are crying. But once you are blessed by Vaheguru, the Maya doesn't affect you anymore. Amazing. Ek rang tat ke bete Satgur te Buddha pai. All this wisdom is attained from Satguru, the true Guru. Such people who are blessed by Vaheguru, they become tat ke bete. Bete means to have knowledge. Tat means Vaheguru. They attain Brahm Gyan. They experience Vaheguru in their life, and they remain dyed in Vaheguru's love. Ek hai rang. Rang literally means color, but it implies Vaheguru's love. Daya Maya Kirpa Thakur ki Sahi Sant Supai. Supai means beautiful, very sanctified, very pure. Such Gurmukhs are true saints. They have been blessed by Vaheguru. Tinke sang Nanak nistariya, jin ras ras har gun gai. In their company, Guru Nanak Dev Ji Maharaj reveals and inspires us to be in their company, who sing Vaheguru's praises with love, because you will also liberate within their aura, with their grace, with their kirpa. May Satguru bless you all. Have a great day. प्यार ना फतेह सांझी करनी जी। वाहिगुरु जी का खालसा, वाहिगुरु जी की फतेह।